Attention Outlook। ਅਸੀਂ ਆਪਣੇ ਜੀਵਨ ਨੂੰ ਕਈ ਤਰੀਕਿਆਂ ਦੇ ਨਾਲ ਜੀ ਸਕਦੇ ਹਾਂ। ਜੇ ਚਾਹੀਏ ਤਾਂ ਰਸਾਂ ਦੇ ਭੋਗੀ ਵੀ ਹੋ ਸਕਦੇ ਹਾਂ, ਜੇ ਚਾਹੀਏ ਤਾਂ ਸਥਾਈ ਆਨੰਦ ਦੇ ਲਈ ਪਰਮਾਤਮਾ ਦੇ ਲੜ ਵੀ ਲੱਗ ਸਕਦੇ ਹਾਂ। ਅਸੀਂ ਕਿਹੜਾ ਰਸਤਾ ਇਖਤਿਆਰ ਕਰਨਾ ਹੈ, ਬੇਸ਼ੱਕ ਅਸੀਂ ਇਹ ਸਮਝੀਏ ਕਿ ਸਾਡੇ ਹੱਥ ਵਿੱਚ ਹੈ, ਪਰ ਪਰਮਾਤਮਾ ਨੇ ਸਾਡੇ ਲਈ ਉਹ ਨਿਰਧਾਰਿਤ ਕੀਤਾ ਹੁੰਦਾ। ਪਰ ਸਹੀ ਜੀਵਨ ਜੁਗਤ ਕਿਹੜੀ ਹੈ, ਇਹ ਅਸੀਂ ਪਰਮਾਤਮਾ ਦੇ ਹੀ ਸਰੂਪ ਤੋਂ ਸਿੱਖ ਸਕਦੇ ਹਾਂ। ਪਰਮਾਤਮਾ ਅਦ੍ਰਿਸ਼ਟ ਹੈ, ਉਹਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਪਰ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਇੱਕ ਰੂਪ ਹੈ ਜਿਸ ਦੇ ਰਾਹੀਂ ਅਸੀਂ ਸਹੀ ਜੀਵਨ ਜਾਂਚ ਸਿੱਖ ਸਕਦੇ ਹਾਂ। ਅਜਿਹੀ ਜੀਵਨ ਜਾਂਚ ਜੋ ਸਾਡੇ ਜੀਵਨ ਦੇ ਵਿੱਚ ਸਦਾ ਹੀ ਸੁੱਖ ਦਾ ਵਰਤਾਰਾ ਕਰਦੀ ਹੈ। ਉਹ ਜੀਵਨ ਜਾਂਚ ਕਿਹਦੇ ਤੋਂ ਸਿੱਖਣੀ ਹੈ, ਇਹ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 364ਵੇਂ ਅੰਗ ਤੇ ਵਿਰਾਜਮਾਨ ਗੁਰੂ ਅਮਰਦਾਸ ਸਾਹਿਬ ਦੁਆਰਾ ਰਚਿਤ ਪਹਿਲੇ ਸ਼ਬਦ ਦੇ ਵਿੱਚੋਂ ਜਾਣਾਂਗੇ। ਦੂਸਰੀ ਗੱਲ ਜੋ ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਸਿੱਖਣੀ ਹੈ, ਉਹ ਹੈ ਜਨਮ ਮਰਨ ਦਾ ਗੇੜ। ਕਿਵੇਂ ਮਨਮੁਖ ਇਸ ਗੇੜ ਦੇ ਵਿੱਚ ਪਏ ਰਹਿੰਦੇ ਹਨ ਤੇ ਇਸ ਗੇੜ ਨੂੰ ਮੁਕਾਉਣਾ ਕਿਵੇਂ ਹੈ, ਇਸ ਗੇੜ ਦੇ ਵਿੱਚੋਂ ਨਿਕਲਣਾ ਕਿਵੇਂ ਹੈ, ਪਰਮਾਤਮਾ ਦੀ ਰਜ਼ਾ ਇਹਦੇ ਵਿੱਚ ਸਾਡੀ ਕਿੰਨੀ ਕੁ ਸਹਾਈ ਹੁੰਦੀ ਹੈ। ਤੀਸਰੀ ਗੱਲ, ਸਾਡੇ ਹਿਰਦਿਆਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਮਾਇਆ ਦਾ ਘੁੱਪ ਹਨੇਰਾ ਹੈ। ਇਸ ਹਨੇਰੇ ਦੇ ਵਿੱਚੋਂ ਅਸਾਂ ਬਾਹਰ ਕਿਵੇਂ ਨਿਕਲਣਾ ਹੈ, ਇਸ ਹਨੇਰੇ ਨੂੰ ਦੂਰ ਕਰਨ ਦੇ ਲਈ ਅੰਦਰ ਗਿਆਨ ਦਾ ਚਾਨਣ ਕਿਵੇਂ ਕਰਨਾ ਹੈ, ਇਹ ਅੱਜ ਦੀ ਬਾਣੀ ਦੇ ਵਿੱਚ ਆਪਾਂ ਤੀਸਰੇ ਸ਼ਬਦ ਦੇ ਵਿੱਚੋਂ ਸਿੱਖਾਂਗੇ। ਸੋ ਆਓ ਸ਼ੁਰੂਆਤ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 364ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ। ਆਸਾ ਮਹਿਲਾ ਤੀਜਾ। ਗੁਰ ਸਾਇਰ ਸਤਿਗੁਰ ਸੱਚ ਸੋਏ, ਪੂਰਾ ਭਾਗ ਗੁਰ ਸੇਵਾ ਹੋਏ। ਸਾਇਰ ਤੋਂ ਭਾਵ ਸਮੁੰਦਰ। ਹੇ ਭਾਈ, ਗੁਰੂ ਸਮੁੰਦਰ ਹੈ, ਕਾਹਦਾ? ਗੁਣਾਂ ਦਾ। ਸਤਿਗੁਰ ਸੱਚ ਸੋਏ ਤੋਂ ਭਾਵ ਕਿ ਜੋ ਗੁਰੂ ਹੈ ਉਹ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਹੀ ਰੂਪ ਹੈ। ਪਰਮਾਤਮਾ ਅਦ੍ਰਿਸ਼ਟ ਹੈ, ਪਰਮਾਤਮਾ ਦਾ ਦੁਨਿਆਵੀ ਰੂਪ ਹੈ ਗੁਰੂ। ਪੂਰਾ ਭਾਗ ਗੁਰ ਸੇਵਾ ਹੋਏ, ਗੁਰੂ ਦੀ ਦੱਸੀ ਹੋਈ ਸੇਵਾ ਕਰਨ ਦਾ ਮੌਕਾ ਵੱਡੀ ਕਿਸਮਤ ਦੇ ਨਾਲ ਹੀ ਮਿਲਦਾ ਹੈ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਇਹ ਭੇਤ ਕਿ ਗੁਰੂ ਹੀ ਪ੍ਰਮਾਤਮਾ ਦਾ ਰੂਪ ਹੈ, ਗੁਰੂ ਗੁਣਾਂ ਦਾ ਖਜ਼ਾਨਾ ਹੈ, ਗੁਰੂ ਦੀ ਸੇਵਾ ਦਾ ਮੌਕਾ ਵੱਡੀ ਕਿਸਮਤ ਦੇ ਨਾਲ ਮਿਲਦਾ ਹੈ। ਇਹ ਵਾਲਾ ਜੋ ਭੇਤ ਹੈ, ਇਹ ਜੋ ਸਿੱਖਿਆ ਹੈ, ਉਸੇ ਨੂੰ ਹੀ ਸਮਝ ਦੇ ਵਿੱਚ ਆਉਂਦੀ ਹੈ ਜਿਸ ਨੂੰ ਉਹ ਪ੍ਰਮਾਤਮਾ ਆਪ ਇਹ ਸੋਝੀ ਬਖਸ਼ਦਾ ਹੈ, ਜਿਸ ਨੂੰ ਪ੍ਰਮਾਤਮਾ ਆਪ ਇਹ ਗੱਲ ਸਮਝਾਉਂਦਾ ਹੈ ਤੇ ਉਸ ਪਾਸੋਂ ਗੁਰੂ ਦੀ ਕਿਰਪਾ ਦੇ ਨਾਲ ਆਪਣੀ ਸੇਵਾ ਭਗਤੀ ਕਰਵਾਉਂਦਾ ਹੈ। ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ। ਅਨ ਦਿਨ ਜਾਗੈ ਵੇਖੈ ਸੱਚ ਸੋਏ, ਰਹਾਉ। ਗੁਰੂ ਦੇ ਬਖਸ਼ੇ ਹੋਏ ਗਿਆਨ ਰਤਨ ਦੀ ਬਰਕਤ ਦੇ ਨਾਲ ਮਨੁੱਖ ਨੂੰ ਸਹੀ ਜੀਵਨ ਜੁਗਤ ਦੀ ਸਮਝ ਆਉਂਦੀ ਹੈ, ਹਰ ਪ੍ਰਕਾਰ ਦੀ ਸਮਝ ਆ ਜਾਂਦੀ ਹੈ। ਗੁਰੂ ਵੱਲੋਂ ਮਿਲੇ ਹੋਏ ਗਿਆਨ ਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਹਰ ਪ੍ਰਕਾਰ ਦੇ ਵਰਤਾਰੇ ਦੇ ਨਾਲ ਟਾਕਰਾ ਕਰਨ ਦੇ ਯੋਗ ਹੋ ਜਾਂਦਾ ਹੈ। ਉਹਨੂੰ ਇਹ ਸੂਝ ਆ ਜਾਂਦੀ ਹੈ ਕਿ ਖੁਸ਼ੀਆਂ ਦੇ ਵਿੱਚ ਸਥਿਰ ਕਿਵੇਂ ਰਹਿਣਾ ਹੈ, ਗਮਾਂ ਦੇ ਵਿੱਚ ਅਡੋਲ ਕਿਵੇਂ ਰਹਿਣਾ ਹੈ, ਮੁਸੀਬਤਾਂ ਦੇ ਵਿੱਚ ਹੌਸਲੇ ਦੇ ਨਾਲ ਮੁਸੀਬਤਾਂ ਦਾ ਟਾਕਰਾ ਕਿਵੇਂ ਕਰਨਾ ਹੈ। ਜ਼ਿੰਦਗੀ ਉਹਦੇ ਸਾਹਮਣੇ ਕਿਹੋ ਜਿਹੇ ਵੀ ਹਾਲਾਤ ਪੈਦਾ ਕਰ ਦਵੇ, ਜੇ ਗੁਰੂ ਵੱਲੋਂ ਮਿਲਿਆ ਹੋਇਆ ਗਿਆਨ ਰਤਨ ਉਹਦੇ ਕੋਲ ਹੈ, ਉਹਨਾਂ ਹਾਲਾਤਾਂ ਦੇ ਵਿੱਚੋਂ ਉਹ ਅਡੋਲਤਾ ਸਮੇਤ ਹੀ ਲੰਘ ਜਾਏਗਾ। ਬਿਨਾਂ ਹਿੱਲੇ ਬਿਨਾਂ ਡੋਲੇ, ਮਾੜੇ ਤੋਂ ਮਾੜੇ ਚੰਗੇ ਤੋਂ ਚੰਗੇ ਹਾਲਾਤਾਂ ਦੇ ਵਿੱਚ ਦੀ ਵੀ ਉਹ ਇਨਸਾਨ ਲੰਘ ਜਾਏਗਾ। ਗੁਰ ਪ੍ਰਸਾਦ ਅਗਿਆਨ ਬਿਨਾਸੈ। ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦਾ ਅਗਿਆਨ ਦੂਰ ਹੋ ਜਾਂਦਾ ਹੈ, ਅਨ ਦਿਨ ਜਾਗੈ, ਉਹ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਹਰ ਰੋਜ਼ ਹੀ ਸੁਚੇਤ ਹੋ ਜਾਂਦਾ ਹੈ। ਉਹਨੂੰ ਪਤਾ ਚੱਲ ਜਾਂਦਾ ਹੈ ਆਪਣੇ ਜੀਵਨ ਦੇ ਹਰ ਪਲ ਦੇ ਵਿੱਚ ਕਿ ਕਦੋਂ ਮਾਇਆ ਉਹਦੇ ਤੇ ਅਸਰ ਕਰ ਰਹੀ ਹੈ, ਕਦੋਂ ਵਿਕਾਰ ਉਹਦੇ ਤੇ ਹਾਵੀ ਹੋਣ ਲੱਗ ਰਹੇ ਨੇ। ਇਹਨਾਂ ਗੱਲਾਂ ਤੋਂ ਉਹ ਜਾਣੂ ਹੋ ਜਾਂਦਾ ਹੈ।
ਜਾਗ ਜਾਂਦਾ ਹੈ। ਵੇਖੈ ਸੱਚ ਸੋਏ, ਤੇ ਹਰ ਵੇਲੇ ਹਰ ਪਾਸੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਉਹ ਮਨੁੱਖ ਵੇਖਦਾ ਹੈ। ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ। ਅੰਤਰ ਮਹਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੈ ਥਿਰ ਨਾਮ ਸਮਾਣ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਮੋਹ ਅਤੇ ਹੰਕਾਰ ਸਾੜ ਦਿੰਦਾ ਹੈ, ਜਿਹੜਾ ਮਨੁੱਖ ਪੂਰੇ ਗੁਰੂ ਪਾਸੋਂ ਸਹੀ ਜੀਵਨ ਜੁਗਤ ਸਮਝ ਲੈਂਦਾ ਹੈ, ਅੰਤਰ ਮਹਲ ਗੁਰ ਸ਼ਬਦ ਪਛਾਣੈ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਵਸਦੇ ਪ੍ਰਮਾਤਮਾ ਦਾ ਟਿਕਾਣਾ ਪਛਾਣ ਲੈਂਦਾ ਹੈ। ਆਵਣ ਜਾਣ ਰਹੈ, ਜਦੋਂ ਆਪਣੇ ਅੰਦਰ ਵਸਦੇ ਪ੍ਰਮਾਤਮਾ ਦਾ ਟਿਕਾਣਾ ਲੱਭ ਲਿਆ ਤਾਂ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਥਿਰ ਨਾਮ ਸਮਾਣੇ, ਉਹ ਪ੍ਰਮਾਤਮਾ ਦੇ ਨਾਮ ਵਿੱਚ ਟਿਕਿਆ ਰਹਿੰਦਾ ਹੈ, ਅਡੋਲ ਚਿੱਤ ਹੋ ਜਾਂਦਾ ਹੈ। ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ। ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਹੈ, ਉਹਦੇ ਲਈ ਇਹ ਸੰਸਾਰ ਹੀ ਜਨਮ ਮਰਨ ਦਾ ਗੇੜ ਹੈ। ਆਪਾਂ ਅਕਸਰ ਇਹ ਗੱਲ ਕਰਿਆ ਕਰਦੇ ਹਾਂ ਕਿ ਇਹ ਜਨਮ ਮਰਨ, ਇਹਦੇ ਦੋ ਪਹਿਲੂ ਨੇ। ਇੱਕ ਹੈ ਕਿ ਤੁਸੀਂ ਮੌਤ ਤੋਂ ਬਾਅਦ ਕਿਸੇ ਹੋਰ ਜਨਮ ਦੇ ਵਿੱਚ ਪੈ ਜਾਂਦੇ ਹੋ, ਉਹ ਜਨਮ ਭੋਗ ਕੇ ਕਿਸੇ ਹੋਰ ਜਨਮ ਦੇ ਵਿੱਚ ਪੈ ਜਾਂਦੇ ਹੋ। ਦੂਜਾ ਇਹ ਹੈ ਕਿ ਇਸੇ ਜਨਮ ਦੇ ਵਿੱਚ ਹੀ, ਮਨੁੱਖੇ ਜਨਮ ਦੇ ਵਿੱਚ ਹੀ ਤੁਸੀਂ ਪਲ ਪਲ ਜੰਮਦੇ ਮਰਦੇ, ਖੁਸ਼ ਹੋ ਜੰਮ ਪਏ, ਦੁਖੀ ਹੋ ਗਏ ਤਾਂ ਮਰ ਗਏ ਸਮਝੋ। ਤੇ ਇੱਕ ਦਿਨ ਦੇ ਵਿੱਚ ਹੀ ਇਨਸਾਨ ਕਿੰਨੇ ਵਾਰ ਖੁਸ਼ ਤੇ ਕਿੰਨੇ ਵਾਰ ਦੁਖੀ ਹੁੰਦਾ ਹੈ। ਇਹੀ ਜਨਮ ਮਰਨ ਦਾ ਗੇੜ ਹੈ। ਪਰ ਇਹ ਆਉਂਦਾ ਉਹਨਾਂ ਤੇ ਹੀ ਹੈ ਜੋ ਮਨਮੁਖ ਹਨ। ਜੋ ਗੁਰਮੁਖ ਹੈ ਉਹਦੇ ਤੇ ਇਹ ਗੇੜ ਆਉਂਦਾ ਨਹੀਂ, ਕਿਉਂਕਿ ਉਹ ਤੇ ਸਥਿਰ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ। ਉਹਦੇ ਤੇ ਨਾ ਖੁਸ਼ੀ ਨਾ ਗਮੀ ਦਾ ਕੋਈ ਅਸਰ ਹੁੰਦਾ ਹੈ, ਉਹ ਤੇ ਅਡੋਲ ਹੈ। ਇਸ ਕਰਕੇ ਉਹ ਜਨਮ ਮਰਨ ਦੇ ਗੇੜ ਤੋਂ ਬਾਹਰ। ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ। ਜੋ ਮਨਮੁਖ ਹੈ ਉਹ ਪ੍ਰਮਾਤਮਾ ਦੀ ਯਾਦ ਵੱਲੋਂ ਅਚੇਤ ਹੈ, ਉਹਨੂੰ ਚੇਤੇ ਨਹੀਂ ਪ੍ਰਮਾਤਮਾ। ਮਾਇਆ ਦੇ ਮੋਹ ਦਾ ਘੁੱਪ ਹਨੇਰਾ ਉਹਦੇ ਅੰਦਰ ਹੈ, ਜਿਹੜਾ ਕਿ ਉਹਨੂੰ ਕੁਝ ਸੁੱਝਣ ਨਹੀਂ ਦਿੰਦਾ। ਪਰ ਨਿੰਦਾ ਬਹੁ ਕੂੜ ਕਮਾਵੈ, ਉਹ ਸਦਾ ਪਰਾਈ ਨਿੰਦਿਆ ਕਰਦਾ ਰਹਿੰਦਾ ਹੈ ਤੇ ਇਸ ਪ੍ਰਕਾਰ ਝੂਠ ਫਰੇਬ ਕਮਾਉਂਦਾ ਹੈ। ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੇ ਸਮਾਵੈ, ਤੇ ਉਹਦਾ ਝੂਠ ਫਰੇਬ ਕਮਾਉਣਾ ਇਸ ਪ੍ਰਕਾਰ ਹੀ ਹੈ ਜਿਵੇਂ ਕਿ ਗੰਧ ਦਾ ਕੀੜਾ ਗੰਧ ਦੇ ਵਿੱਚ ਹੀ ਰਹਿੰਦਾ ਹੈ, ਉਹਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ। ਤੋਂ ਮਨਮੁਖ ਵੀ ਪਰਾਈ ਨਿੰਦਿਆ ਦੇ ਵਿੱਚੋਂ ਇੱਕ ਹਲਕਾ ਜਿਹਾ ਆਨੰਦ ਹਾਸਲ ਕਰਦਾ ਹੈ। ਉਸ ਆਨੰਦ ਨੂੰ ਉਹ ਛੱਡਣਾ ਨਹੀਂ ਚਾਹੁੰਦਾ, ਪਰ ਉਹ ਇਸ ਗੱਲੋਂ ਅਣਜਾਣ ਹੈ ਕਿ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਿਆਂ ਜੋ ਆਨੰਦ ਮਿਲਦਾ ਉਹ ਥੋੜ੍ਹ ਚਿਰਾ ਨਹੀਂ, ਉਹ ਸਥਾਈ ਹੁੰਦਾ। ਇਸ ਅਣਜਾਣਪੁਣੇ ਦੇ ਵਿੱਚ ਉਹ ਥੋੜ੍ਹ ਚਿਰੇ ਆਨੰਦ ਵਾਲੇ ਕੰਮ ਹੀ ਕਰਦਾ ਰਹਿੰਦਾ ਹੈ। ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਹੇ ਨਾਨਕ, ਜਿਹੜਾ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਸਹੀ ਜੀਵਨ ਦੀ ਸਾਰੀ ਸੂਝ ਹਾਸਲ ਕਰਦਾ ਹੈ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਦੇ ਨਾਲ ਵਸਾ ਲੈਂਦਾ ਹੈ, ਭਾਣਾ ਮੰਨੇ ਸਦਾ ਸੁਖ ਹੋਏ। ਜੋ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਦਾ ਹੈ, ਪ੍ਰਮਾਤਮਾ ਦੇ ਭਾਣੇ ਨੂੰ ਮੰਨਦਾ ਹੈ। ਰਜ਼ਾ ਨੂੰ ਭਾਣੇ ਨੂੰ ਮੰਨਣ ਤੋਂ ਭਾਵ ਕਿ ਉਹ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਉਹਦੇ ਜੀਵਨ ਦੇ ਵਿੱਚ, ਉਹਦੇ ਆਸ-ਪਾਸ ਦੇ ਲੋਕਾਂ ਦੇ ਜੀਵਨ ਦੇ ਵਿੱਚ ਜੋ ਵੀ ਘਟਨਾਵਾਂ ਘਟਦੀਆਂ ਨੇ, ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਘਟਦੀਆਂ ਨੇ। ਚੰਗੀਆਂ ਵੀ ਮਾੜੀਆਂ ਵੀ ਸਭ ਪ੍ਰਮਾਤਮਾ ਦੀਆਂ ਹੀ ਬਖਸ਼ਿਸ਼ਾਂ ਨੇ। ਜੋ ਮਨੁੱਖ ਇਸ ਭਾਣੇ ਨੂੰ ਮੰਨਣਾ ਸਿੱਖ ਗਿਆ, ਸਦਾ ਸੁਖ ਹੋਏ, ਉਹ ਸਦਾ ਹੀ ਆਨੰਦਿਤ ਰਹਿੰਦਾ ਹੈ। ਨਾਨਕ ਸੱਚ ਸਮਾਵੈ ਸੋਏ, ਉਹ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ, ਪ੍ਰਮਾਤਮਾ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਆਸਾ ਮਹਿਲਾ ਤੀਜਾ ਪੰਚਪਦੇ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਸਦਾ ਦੇ ਲਈ ਮਰ ਜਾਂਦਾ ਹੈ, ਉਹ ਸਦਾ ਹੀ ਆਤਮਿਕ ਆਨੰਦ ਦੇ ਵਿੱਚ ਰਹਿੰਦਾ ਹੈ। ਉਹਨੂੰ ਅਜਿਹਾ ਆਤਮਿਕ ਆਨੰਦ ਮਿਲ ਜਾਂਦਾ ਹੈ ਜੋ ਸਦਾ ਹੀ ਸਥਿਰ ਰਹਿੰਦਾ ਹੈ।
ਜਿਹਦੇ ਵਿੱਚ ਕਦੇ ਕੋਈ ਕਮੀ ਨਹੀਂ ਆਉਂਦੀ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਪ੍ਰਮਾਤਮਾ ਦਾ ਆਸਰਾ ਲੈਂਦਾ ਹੈ, ਸਤਿਗੁਰ ਭੇਟੈ ਗੁਰ ਗੋਬਿੰਦ, ਨਾ ਫਿਰ ਮਰੈ ਨਾ ਆਵੈ ਜਾਏ, ਉਹ ਮੁੜ ਆਤਮਿਕ ਮੌਤੇ ਨਹੀਂ ਮਰਦਾ, ਮੁੜ ਮੁੜ ਜੰਮਦਾ ਮਰਦਾ ਨਹੀਂ, ਜਨਮ ਮਰਨ ਦੇ ਗੇੜ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਪੂਰੇ ਗੁਰ ਤੇ ਸਾਚ ਸਮਾਏ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਉਹ ਲੀਨ ਰਹਿੰਦਾ ਹੈ। ਜਿਨ ਕੋ ਨਾਮ ਲਿਖਿਆ ਧੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੈ, ਗੁਰ ਪੂਰੇ ਤੇ ਭਗਤ ਵਿਸ਼ੇਖ ਰਹਾਓ। ਵਿਸ਼ੇਖ ਤੋਂ ਭਾਵ ਮੱਥੇ ਉੱਪਰ ਲਾਉਣ ਵਾਲਾ ਟਿੱਕਾ, ਜੋ ਕੇਸਰ ਆਦਿਕ ਦਾ ਜਾਂ ਸੰਧੂਰ ਆਦਿਕ ਦਾ ਟਿੱਕਾ ਮੱਥੇ ਤੇ ਲਾਇਆ ਜਾਂਦਾ ਹੈ, ਉਹਨੂੰ ਵਿਸ਼ੇਖ ਕਹਿੰਦੇ ਨੇ। ਗੁਰੂ ਜੀ ਕਹਿੰਦੇ ਜਿਨ ਕਉ ਨਾਮ ਲਿਖਿਆ ਧੁਰ ਲੇਖ, हे ਭਾਈ ਪਿਛਲੇ ਕੀਤੇ ਕਰਮਾਂ ਅਨੁਸਾਰ ਪ੍ਰਮਾਤਮਾ ਨੇ ਜਿਨ੍ਹਾਂ ਦੇ ਮੱਥੇ ਤੇ ਨਾਮ ਸਿਮਰਨ ਦਾ ਲੇਖ ਲਿਖ ਦਿੱਤਾ, ਤੇ ਅਨਦਿਨ ਨਾਮ ਸਦਾ ਧਿਆਵੈ, ਉਹ ਮਨੁੱਖ ਹਰ ਵੇਲੇ ਸਦਾ ਹੀ ਨਾਮ ਸਿਮਰਦੇ ਹਨ। ਗੁਰ ਪੂਰੇ ਤੇ ਭਗਤ ਵਿਸ਼ੇਖ, ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ ਭਗਤੀ ਦਾ ਟਿੱਕਾ ਮਿਲ ਜਾਂਦਾ ਹੈ ਆਪਣੇ ਮੱਥਿਆਂ ਦੇ ਉੱਪਰ। ਜਿਨ ਕੋ ਹਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ। ਗਹਿਣ ਤੋਂ ਭਾਵ ਡੂੰਘੀ, ਗਤ ਤੋਂ ਭਾਵ ਆਤਮਿਕ ਅਵਸਥਾ। ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਉਹਨਾਂ ਦੀ ਡੂੰਘੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਪੂਰਾ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰਿ ਨਾਮ ਸਮਾਈ। ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪ੍ਰਭੂ ਚਰਨਾਂ ਦੇ ਵਿੱਚ ਜੁੜਨ ਦੀ ਇਹ ਵਡਿਆਈ ਬਖਸ਼ੀ, ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਪ੍ਰਮਾਤਮਾ ਦੇ ਨਾਮ ਦੇ ਵਿੱਚ ਸਦਾ ਦੇ ਲਈ ਉਹਨਾਂ ਦੀ ਲੀਨਤਾ ਹੋ ਗਈ। ਜੋ ਕਿਛ ਕਰੈ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ। ਜੋ ਕੁਝ ਵੀ ਕਰਦਾ ਹੈ ਪ੍ਰਮਾਤਮਾ ਆਪ ਹੀ ਕਰਦਾ ਹੈ। ਪ੍ਰਮਾਤਮਾ ਇੱਕ ਪਲ ਦੇ ਵਿੱਚ ਪੈਦਾ ਕਰਨ ਤੇ ਇੱਕ ਪਲ ਦੇ ਵਿੱਚ ਹੀ ਨਾਸ ਕਰਨ ਦੀ ਤਾਕਤ ਰੱਖਦਾ ਹੈ। ਇਹ ਇੱਕ ਸਿੱਖਿਆ ਹੈ। ਇਸ ਸਿੱਖਿਆ ਨੂੰ ਤੁਸੀਂ ਪੜ੍ਹੀ ਹੋਈ ਨੂੰ ਲਿਖ ਕੇ, ਬੋਲ ਕੇ ਦੂਜਿਆਂ ਤੱਕ ਪਹੁੰਚਾ ਸਕਦੇ। ਚਾਹੇ ਕਹਿ ਲਈਏ ਇਹ ਸਿੱਖਿਆ ਲਿਖੀ ਹੋਈ ਹੈ, ਆਪਣੇ ਮੁਖ ਦੇ ਨਾਲ ਤੁਸੀਂ ਇਹਨੂੰ ਪੜ੍ਹ ਸਕਦੇ ਹੋ, ਪੜ੍ਹ ਕੇ ਹੋਰਨਾਂ ਨੂੰ ਸੁਣਾ ਵੀ ਸਕਦੇ ਹੋ। ਇਹ ਸਿੱਖਿਆ ਸਿੰਪਲ ਭਾਸ਼ਾ ਦੇ ਵਿੱਚ, ਸਰਲ ਭਾਸ਼ਾ ਦੇ ਵਿੱਚ ਵੀ ਲਿਖੀ ਹੋ ਸਕਦੀ ਹੈ ਤੇ ਗੁਰਬਾਣੀ ਦੀਆਂ ਪੰਕਤੀਆਂ ਅਨੁਸਾਰ ਵੀ ਲਿਖੀ ਹੋ ਸਕਦੀ ਹੈ। ਜੇ ਅਸੀਂ ਇੰਝ ਪੜ੍ਹੀਏ ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਲਿਖੀ ਗਈ ਹੈ ਕਿ ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ। ਗੱਲ ਤੇ ਅਸੀਂ ਇੰਝ ਵੀ ਉਹੀ ਕਹਿ ਰਹੇ ਹਾਂ ਜੋ ਅਸੀਂ ਸਰਲ ਭਾਸ਼ਾ ਦੇ ਵਿੱਚ ਕਹਿਣੀ ਹੈ ਕਿ ਜੋ ਕੁਝ ਕਰਦਾ ਹੈ ਪ੍ਰਮਾਤਮਾ ਆਪ ਕਰਦਾ ਹੈ। ਉਹ ਇੱਕ ਪਲ ਦੇ ਵਿੱਚ ਬਣਾਵਣ ਤੇ ਇੱਕ ਪਲ ਦੇ ਵਿੱਚ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ। ਹੁਣ ਇਸ ਸਿੱਖਿਆ ਨੂੰ ਸਿਰਫ ਪੜ੍ਹ ਲੈਣਾ ਜਾਂ ਬੋਲ ਲੈਣਾ, ਬੋਲ ਕੇ ਦੂਜਿਆਂ ਨੂੰ ਸੁਣਾ ਲੈਣਾ ਇੱਕ ਗੱਲ ਹੈ। ਇਹਨੂੰ ਆਪਣੇ ਜ਼ਿਹਨ ਦੇ ਵਿੱਚ ਉਤਾਰ ਲੈਣਾ, ਇਹਨੂੰ ਆਪਣੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਵਸਾ ਲੈਣਾ, ਇਸ ਸਿੱਖਿਆ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲੈਣਾ ਦੂਜੀ ਗੱਲ ਹੈ। ਤੇ ਅਸੀਂ ਇਸ ਦੂਜੀ ਗੱਲ 'ਤੇ ਧਿਆਨ ਦੇਣਾ। ਇਸ ਸਿੱਖਿਆ ਨੂੰ ਸਿਰਫ ਪੜ੍ਹਨਾ ਨਹੀਂ, ਸਿਰਫ ਲਿਖਣਾ ਨਹੀਂ, ਸਿਰਫ ਬੋਲਣਾ ਨਹੀਂ, ਸਿਰਫ ਸੁਣਨਾ ਨਹੀਂ, ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ। ਸਾਡੇ ਜੀਵਨ ਦੇ ਵਿੱਚ ਕਦੇ ਵੀ ਅਸੀਂ ਭਾਵੇਂ ਖੁਸ਼ੀ ਦਾ ਮੌਕਾ ਹੋਵੇ, ਭਾਵੇਂ ਨਿਰਾਸ਼ਾ ਦਾ, ਇਸ ਗੱਲ ਨੂੰ ਚੇਤੇ ਰੱਖੀਏ ਕਿ ਜੋ ਕੁਝ ਕਰਦਾ ਪ੍ਰਮਾਤਮਾ ਆਪ ਕਰਦਾ। ਖੁਸ਼ੀ ਦੇ ਮੌਕੇ ਜੇ ਅਸੀਂ ਇਹ ਕਹਿ ਲਈਏ ਕਿ ਜੇ ਉਹਨੇ ਕੁਝ ਬਣਾ ਕੇ ਸਾਨੂੰ ਦਿੱਤਾ ਹੈ, ਉਹਦੀ ਰਜ਼ਾ ਹੈ, ਉਹਦੀ ਬਖਸ਼ਿਸ਼ ਹੈ। ਜੇ ਸਾਡੇ ਤੋਂ ਕੁਝ ਖੋਹ ਲਿਆ ਤਾਂ ਵੀ ਉਹਦੀ ਰਜ਼ਾ ਹੈ, ਉਹਦੀ ਬਖਸ਼ਿਸ਼ ਹੈ। ਜੇ ਅਸੀਂ ਇੰਝ ਨਹੀਂ ਕਰਦੇ, ਜੇ ਇਸ ਸਿੱਖਿਆ ਨੂੰ ਸਿਰਫ ਪੜ੍ਹਦੇ ਹਾਂ ਜਾਂ ਬੋਲਦੇ ਹਾਂ, ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਨਹੀਂ ਬਣਾਉਂਦੇ, ਤਾਂ ਕਹਿ ਕਹਿ ਕਹਿਣਾ ਆਖ ਸੁਣਾਏ, ਜੇ ਸੌ ਘਾਲੇ ਥਾਏ ਨਾ ਪਾਈ। ਕਹਿ ਕਹਿ ਕੇ ਦੂਜਿਆਂ ਨੂੰ ਸੁਣਾ ਕੇ ਬੇਸ਼ੱਕ 100 ਵਾਰੀ ਇਹ ਘਾਲਣਾ ਘਾਲ ਲਈ ਜਾਵੇ, ਪ੍ਰਮਾਤਮਾ ਦੇ ਦਰ 'ਤੇ ਸਾਡੀ ਕੋਈ ਇੱਜ਼ਤ ਨਹੀਂ ਹੁੰਦੀ, ਅਸੀਂ ਕਬੂਲ ਨਹੀਂ ਹੁੰਦੇ। ਕਹਿ ਕਹਿ ਕੇ ਦੂਜਿਆਂ ਨੂੰ ਸੁਣਾਉਣ ਦਾ ਜਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ।
ਜਿੰਨਾ ਚਿਰ ਅਸੀਂ ਇਸ ਸਿੱਖਿਆ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਨਹੀਂ ਬਣਾ ਲੈਂਦੇ। ਜਿਨ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਈ, ਸੱਚ ਬਾਣੀ ਗੁਰ ਸ਼ਬਦ ਸੁਣਾਈ। ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੇ ਆਧਾਰ ਤੇ ਜਿਨ੍ਹਾਂ ਦੇ ਖਜ਼ਾਨੇ ਵਿੱਚ, ਪੋਤੈ ਤੋਂ ਭਾਵ ਖਜ਼ਾਨਾ, ਖਜ਼ਾਨੇ ਵਿੱਚ, ਜਿਨ੍ਹਾਂ ਦੇ ਖਜ਼ਾਨੇ ਵਿੱਚ ਪੁੰਨ ਹੈ, ਜਿਨ੍ਹਾਂ ਦੇ ਪੱਲੇ ਚੰਗੇ ਸੰਸਕਾਰ ਹਨ, ਪਰਮਾਤਮਾ ਉਹਨਾਂ ਨੂੰ ਗੁਰੂ ਮਿਲਾਤਾ ਹੈ। ਸੱਚ ਬਾਣੀ ਗੁਰ ਸ਼ਬਦ ਸੁਣਾਈ। ਤੇ ਜਦ ਗੁਰੂ ਮਿਲ ਜਾਏ ਤਾਂ ਗੁਰੂ ਜੀਵ ਨੂੰ, ਇਨਸਾਨ ਨੂੰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣਾਉਂਦਾ ਹੈ, ਸਦਾ ਥਿਰ ਪ੍ਰਭੂ ਦਾ ਨਾਮ ਸੁਣਾਉਂਦਾ ਹੈ। ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ, ਗਿਆਨ ਰਤਨ ਸਾਚੈ ਸਹਿਜ ਸਮਾਏ। ਜਿਸ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ, ਉਸ ਹਿਰਦੇ ਦੇ ਵਿੱਚੋਂ ਦੁੱਖ ਦੂਰ ਹੋ ਜਾਂਦੇ ਨੇ। ਗੁਰੂ ਦੇ ਬਖਸ਼ੇ ਹੋਏ ਗਿਆਨ ਰਤਨ ਦੀ ਬਰਕਤ ਦੇ ਨਾਲ ਉਹ ਮਨੁੱਖ ਸਦਾ ਥਿਰ ਪਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਹੈ, ਸਦਾ ਹੀ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਨਾਵੈ ਜੀਵੜ ਹੋਰ ਧਨ ਨਾਹੀ ਕੋਈ, ਜਿਸਨੂੰ ਬਖਸ਼ੇ ਸਾਚਾ ਸੋਈ। ਪਰਮਾਤਮਾ ਦੇ ਨਾਮ ਤੋਂ ਵੱਡਾ ਹੋਰ ਕੋਈ ਵੀ ਜਾਂ ਉਹਦੇ ਬਰਾਬਰ ਦਾ ਹੋਰ ਕੋਈ ਵੀ ਧਨ ਪਦਾਰਥ ਨਹੀਂ ਹੈ, ਪਰ ਇਹ ਨਾਮ ਰੂਪੀ ਧਨ ਪਦਾਰਥ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਤੇ ਪਰਮਾਤਮਾ ਆਪ ਬਖਸ਼ਿਸ਼ ਕਰਦਾ ਹੈ। ਪੂਰਾ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਦੇ ਨਾਲ ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ। ਹੇ ਨਾਨਕ, ਪਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਉਹ ਮਨੁੱਖ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ। ਪ੍ਰਕਿਰਿਆ ਹੈ, ਦੇਖੋ, ਜੇ ਕਿਸੇ ਦੇ ਪੱਲੇ ਪੁੰਨ ਹੈ ਤਾਂ ਪੁੰਨ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਹੈ। ਜੇ ਕਿਸੇ ਨੂੰ ਗੁਰੂ ਮਿਲਣਾ ਹੈ, ਉਹ ਵੀ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਮਿਲਣਾ ਹੈ। ਗੁਰੂ ਨੂੰ ਪਰਮਾਤਮਾ ਦੀ ਹਦਾਇਤ ਹੈ ਕਿ ਉਹ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਜੀਵਾਂ ਨੂੰ ਸੁਣਾਵੇ, ਆਪਣਾ ਸ਼ਬਦ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸਾਵੇ। ਸੋ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਜਿਹਨੂੰ ਗੁਰੂ ਮਿਲ ਗਿਆ ਤੇ ਗੁਰੂ ਦੀ ਸਹਾਇਤਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਲ ਉਸ ਇਨਸਾਨ ਦੀ ਡੂੰਘੀ ਸਾਂਝ ਵੀ ਬਣ ਜਾਂਦੀ ਹੈ। ਸਾਨੂੰ ਸਭਨਾਂ ਨੂੰ ਗੁਰੂ ਮਿਲਿਆ ਹੋਇਆ ਹੈ, ਜਾਣੀ ਸਾਡੇ ਤੇ ਪਰਮਾਤਮਾ ਦੀ ਉਹ ਬਖਸ਼ਿਸ਼ ਹੈ ਜਿਸ ਦੀ ਕਿ ਇਹਨਾਂ ਪੰਕਤੀਆਂ ਦੇ ਵਿੱਚ ਗੱਲ ਹੋ ਰਹੀ ਹੈ। ਆਸਾ ਮਹਿਲਾ ਤੀਜਾ। ਨਿਰਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਬੋਲਾ ਹੈ, ਕਿਸ ਆਖ ਸੁਣਾਏ। ਜਿੰਨਾ ਚਿਰ ਮਨੁੱਖ ਦਾ ਆਪਣਾ ਮਨ ਮਾਇਆ ਦੇ ਮੋਹ ਵਿੱਚ ਅੰਨਾ ਤੇ ਬੋਲਾ ਹੋਇਆ ਪਿਆ ਹੈ, ਤਦ ਤੱਕ ਪਰਮਾਤਮਾ ਦੀ ਭਗਤੀ ਦੇ ਵਿੱਚ ਉਹ ਬੇਸ਼ੱਕ ਜਿੰਨੇ ਮਰਜ਼ੀ ਨ੍ਰਿਤ ਕਰ ਲਵੇ, ਨਾਚ ਕਰ ਲਵੇ, ਸਾਜ਼ ਵਜਾ ਲਵੇ, ਗੁਰੂ ਜੀ ਕਹਿੰਦੇ ਕਿਸ ਆਖ ਸੁਣਾਈ। ਪਰਮਾਤਮਾ ਦੀ ਸਿਫਤ ਸਲਾਹ ਕਿਹਨੂੰ ਆਖ ਕੇ ਸੁਣਾਵੇ, ਕਿਉਂਕਿ ਉਹਦਾ ਤੇ ਆਪਣਾ ਹੀ ਮਨ ਅੰਨਾ ਤੇ ਬੋਲਾ ਹੈ। ਪਰਮਾਤਮਾ ਦੀ ਸਿਫਤ ਸਲਾਹ ਨੂੰ ਤੇ ਉਹ ਆਪ ਵੀ ਸੁਣ ਨਹੀਂ ਰਿਹਾ, ਕਿਸੇ ਹੋਰ ਨੂੰ ਕੀ ਆਖ ਕੇ ਸੁਣਾਵੇਗਾ। ਅੰਤਰ ਲੋਭ ਭਰਮ ਅਨਲ ਵਾਓ, ਦੀਵਾ ਬਲੈ ਨਾ ਸੂਝੀ ਪਾਏ। ਅਨਲ ਤੋਂ ਭਾਵ ਅੱਗ, ਵਾਓ ਤੋਂ ਭਾਵ ਹਵਾ, ਝੱਖੜ। ਕਹਿੰਦੇ ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਭਟਕਣਾ ਦਾ ਝੱਖੜ ਝੁੱਲ ਰਿਹਾ ਹੈ। ਝੱਖੜਾਂ ਦੇ ਵਿੱਚ ਦੀਵੇ ਨਹੀਂ ਬਲਿਆ ਕਰਦੇ, ਇਸ ਲਈ ਉਹਦੇ ਅੰਦਰ ਗਿਆਨ ਦਾ ਦੀਵਾ ਬਲ ਨਹੀਂ ਸਕਦਾ ਤੇ ਅਸਲੀ ਜੀਵਨ ਜਾਂਚ ਦੀ ਸਮਝ ਉਹਨੂੰ ਆ ਨਹੀਂ ਸਕਦੀ। ਦੀਵਾ ਬਲੈ ਨਾ ਸੋਝੀ ਪਾਏ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ। ਰਹਾਓ, ਹੇ ਭਾਈ, ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤ ਨਾਲ ਹਿਰਦੇ ਵਿੱਚ ਆਤਮਿਕ ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਸ ਭਗਤੀ ਦੇ ਨਾਲ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਹੈ, ਆਪਣੇ ਆਪੇ ਨੂੰ ਪਛਾਣਦਾ ਹੈ, ਤੇ ਜਦ ਆਪਣੇ ਆਪੇ ਨੂੰ ਪਛਾਣ ਲਈਏ ਤੇ ਪ੍ਰਭੂ ਮਿਲ ਪੈਂਦਾ ਹੈ। ਕਹਿਣ ਤੋਂ ਭਾਵ ਹੈ ਕਿ ਸਿਰਫ ਨੱਚਣ ਗਾਉਣ ਦੇ ਨਾਲ ਉਸ ਪ੍ਰਭੂ ਦੀ ਭਗਤੀ ਨਹੀਂ ਹੁੰਦੀ। ਜਦ ਤੱਕ ਅਸੀਂ ਪ੍ਰਭੂ ਦੀ ਵਡਮੁੱਲਤਾ ਨੂੰ ਨਹੀਂ ਪਛਾਣਦੇ,
ਇਸੇ ਲਈ ਹੀ ਗੁਰੂ ਦੇ ਸਨਮੁਖ ਰਹਿ ਕੇ ਕੀਤੀ ਗਈ ਭਗਤੀ ਕਾਰਗਰ ਸਿੱਧ ਹੁੰਦੀ ਹੈ, ਕਿਉਂਕਿ ਗੁਰੂ ਸਾਨੂੰ ਪ੍ਰਭੂ ਦੀ ਵਡਮੁੱਲਤਾ ਦੇ ਬਾਰੇ 'ਚ ਜਾਣੂ ਕਰਵਾਉਂਦਾ ਹੈ। ਗੁਰਮੁਖ ਨਿਰਤ ਹਰ ਲਾਗੈ ਭਾਉ, ਪੂਰੇ ਤਾਲ ਵਿੱਚੋਂ ਆਪ ਗਵਾਏ। ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਭਗਤੀ ਦੇ ਲਈ ਬੇਸ਼ੱਕ ਅਸੀਂ ਨਾਚ ਵੀ ਕਰੀਏ ਤਾਂ ਉਹ ਵੀ ਸੱਚੀ ਭਗਤੀ ਹੈ। ਅਜਿਹਾ ਕਰਨ ਦੇ ਨਾਲ ਸਾਡਾ ਪ੍ਰਮਾਤਮਾ ਦੇ ਨਾਲ ਪਿਆਰ ਬਣਦਾ ਹੈ, ਸਾਡੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਸਾਡਾ ਪ੍ਰਭੂ ਦੇ ਨਾਲ ਪਿਆਰ ਬਣ ਜਾਏ, ਹਉਮੈ ਸਾਡੇ ਵਿੱਚੋਂ ਖਤਮ ਹੋ ਜਾਏ। ਇਹੀ ਹੈ ਅਸਲੀ ਨਾਚ ਪ੍ਰਭੂ ਦੀ ਭਗਤੀ ਦੇ ਵਿੱਚ ਕੀਤਾ ਗਿਆ ਤੇ ਅਸਲੀ ਸਾਜ਼ ਪੂਰੇ ਤਾਲ ਦੇ ਅਨੁਸਾਰ ਵਜਾਇਆ ਗਿਆ, ਪੂਰੇ ਤਾਲ ਵਿੱਚੋਂ ਆਪ ਗਵਾਏ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਸ ਪ੍ਰਕਾਰ ਦੀ ਭਗਤੀ ਕਰਦਾ ਹੈ, ਇਹ ਨ੍ਰਿਤ ਕਰਦਾ ਹੈ, ਸਦਾ ਥਿਰ ਪ੍ਰਭੂ ਉਸ ਦਾ ਜਾਣੂ, ਉਸ ਦਾ ਮਿੱਤਰ ਬਣ ਜਾਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਹ ਮਨੁੱਖ ਆਪਣੇ ਅੰਦਰ ਵਸਦੇ ਹੋਏ ਪ੍ਰਭੂ ਤੋਂ ਪਛਾਣੂ ਹੋ ਜਾਂਦਾ ਹੈ, ਜਾਣੀ ਕਿ ਆਪਣੇ ਅੰਦਰ ਹੀ ਵਸਦੇ ਹੋਏ ਪ੍ਰਭੂ ਨੂੰ ਪਛਾਣ ਲੈਂਦਾ ਹੈ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰੂ ਦੇ ਸਨਮੁਖ ਰਹਿ ਕੇ ਕੀਤੀ ਗਈ ਭਗਤੀ ਦੇ ਨਾਲ ਮਨੁੱਖ ਦੇ ਅੰਦਰ ਪ੍ਰੀਤ ਪੈਦਾ ਹੁੰਦੀ ਹੈ, ਪਿਆਰ ਪੈਦਾ ਹੁੰਦਾ ਹੈ ਪ੍ਰਭੂ ਦੇ ਪ੍ਰਤੀ। ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਿਕ ਅਡੋਲਤਾ ਦੇ ਵਿੱਚ ਲੈ ਜਾਂਦਾ ਹੈ, ਸਹਿਜ ਸੁਭਾਅ ਦੇ ਵਿੱਚ ਲੈ ਜਾਂਦਾ ਹੈ। ਸਹਿਜ ਸੁਭਾਅ ਦੇ ਵਿੱਚ ਜਾ ਕੇ ਫਿਰ ਮਨੁੱਖ ਪ੍ਰਭੂ ਦੇ ਗੁਣਾਂ ਦੀ ਵਿਚਾਰ ਸਮਝਦਾ ਹੈ। ਗੁਰਮੁਖ ਭਗਤ ਜੁਗਤ ਸੱਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ। ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ ਸਹੀ ਤਰੀਕਾ ਹੈ ਜਿਸ ਨਾਲ ਪਰਮਾਤਮਾ ਮਿਲਦਾ ਹੈ। ਪਖੰਡ ਦੇ ਵਿੱਚ ਵਿਖਾਵੇ ਵਜੋਂ ਕੀਤੀ ਗਈ ਭਗਤੀ, ਵਿਖਾਵੇ ਵਜੋਂ ਕੀਤਾ ਗਿਆ ਨਾਚ ਤੇ ਵਜਾਏ ਗਏ ਸਾਜ਼, ਇਹਨਾਂ ਸਭਨਾਂ ਦੇ ਰਾਹੀਂ ਇਨਸਾਨ ਨੂੰ ਦੁੱਖ ਹੀ ਮਿਲਦਾ ਹੈ, ਕਿਉਂਕਿ ਇਹ ਜੋ ਦਿਖਾਵੇ ਵਾਲੀ ਭਗਤੀ ਹੈ ਇਹਦੇ ਨਾਲ ਤੁਹਾਡੇ ਆਤਮਿਕ ਜੀਵਨ ਨੂੰ ਬਿਲਕੁਲ ਵੀ ਬਲ ਨਹੀਂ ਮਿਲਦਾ। ਆਤਮਿਕ ਜੀਵਨ ਜਦ ਤੱਕ ਬਲਵਾਨ ਨਹੀਂ ਹੈ ਤਦ ਤੱਕ ਪ੍ਰਭੂ ਨੂੰ ਪਛਾਣ ਪਾਉਣਾ, ਆਪਣੇ ਅੰਦਰੋਂ ਪ੍ਰਭੂ ਨੂੰ ਲੱਭ ਪਾਉਣਾ ਬਹੁਤ ਕਠਿਨ ਹੈ, ਮੁਸ਼ਕਿਲ ਹੈ। ਤੇ ਜੇ ਪ੍ਰਭੂ ਹੀ ਨਹੀਂ ਲੱਭਿਆ ਤੇ ਫਿਰ ਤੇ ਜੀਵਨ ਦੁਖਦਾਈ ਹੀ ਰਹੇਗਾ। ਇਸੇ ਕਰਕੇ ਹੀ ਜੋ ਦਿਖਾਵੇ ਵਾਲੀ ਭਗਤੀ ਹੈ ਉਹ ਇਨਸਾਨ ਨੂੰ ਸੁੱਖ ਨਹੀਂ ਬਖਸ਼ਦੀ, ਦੁੱਖ ਹੀ ਬਖਸ਼ਦੀ ਹੈ। ਕਿਉਂਕਿ ਇਨਸਾਨ ਨੂੰ ਇੰਜ ਤੇ ਲੱਗਦਾ ਹੈ ਕਿ ਉਹ ਭਗਤੀ ਕਰ ਰਿਹਾ ਹੈ ਪਰ ਫਲ ਨਹੀਂ ਮਿਲ ਰਿਹਾ, ਤਾਂ ਇਸ ਕਰਕੇ ਦੁਖੀ ਜ਼ਰੂਰ ਹੋ ਜਾਂਦਾ ਹੈ, ਸੁਖੀ ਨਹੀਂ ਹੋ ਪਾਉਂਦਾ। ਇਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ। ਜੋ ਗੁਰੂ ਦੇ ਸਨਮੁਖ ਰਹਿ ਕੇ ਭਗਤੀ ਕਰਦਾ ਹੈ, ਉਹ ਜੋ ਭਗਤ ਹੈ ਉਹ ਜਿਉਂਦੇ ਜੀ ਹੀ ਮਾਇਆ ਦੇ ਹੱਲਿਆਂ ਵੱਲੋਂ ਮਰ ਜਾਂਦਾ ਹੈ। ਆਪਣੀ ਦੁਨਿਆਵੀ ਕਿਰਤਕਾਰ ਕਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਪਰੇ ਰਹਿੰਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਦੇ ਸਮੁੰਦਰ ਦੀਆਂ ਲਹਿਰਾਂ ਨੂੰ ਤਰ ਜਾਂਦਾ ਹੈ। ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜਿਉ ਆਪ ਵਸੈ ਮਨ ਆਏ। ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਆਪ ਉਹਦੇ ਮਨ ਵਿੱਚ ਆ ਵਸਦਾ ਹੈ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰ ਸਿਉ ਚਿਤ ਲਾਏ। ਪਰ ਗੁਰੂ ਜੀ ਕਹਿੰਦੇ ਨੇ ਕਿ ਜੀਵਾਂ ਦੇ ਵੱਸ ਦੀ ਗੱਲ ਨਹੀਂ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਜੇ ਪ੍ਰਭੂ ਸਾਡੇ ਤੇ ਕਿਰਪਾ ਕਰੇ, ਪਰਮਾਤਮਾ ਸਾਡੇ ਤੇ ਦਿਆਲੂ ਹੋਏ, ਤਾਂ ਹੀ ਸਾਨੂੰ ਸਤਿਗੁਰੂ ਨਾਲ ਮਿਲਾਉਂਦਾ ਹੈ। ਤੇ ਗੁਰੂ ਦੀ ਸਹਾਇਤਾ ਦੇ ਨਾਲ ਅਸੀਂ ਕਦੇ ਵੀ ਨਾ ਡੋਲਣ ਵਾਲੀ ਭਗਤੀ ਕਰਦੇ ਹਾਂ, ਪਰਮਾਤਮਾ ਦੇ ਵਿੱਚ ਆਪਣਾ ਚਿੱਤ ਜੋੜਦੇ ਹਾਂ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਹੇ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸ਼ੋਭਾ ਮਿਲਦੀ ਹੈ। ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਇਆਂ ਨੂੰ ਸਦਾ ਹੀ ਆਤਮਿਕ ਆਨੰਦ ਮਿਲਦਾ ਹੈ। ਦੁਨਿਆਵੀ ਆਨੰਦ, ਦੁਨਿਆਵੀ ਸ਼ੋਭਾ ਥੋੜ ਚਿਰੀਆਂ ਹੁੰਦੀਆਂ ਨੇ। ਪ੍ਰਭੂ ਦੇ ਦਰ ਤੋਂ ਮਿਲਿਆ ਹੋਇਆ ਆਨੰਦ, ਪ੍ਰਭੂ ਦੇ ਦਰ ਤੇ ਮਿਲੀ ਹੋਈ ਸ਼ੋਭਾ ਸਥਾਈ ਹੁੰਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 364ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਪ੍ਰਭੂ ਦੇ ਗੁਣਾਂ ਦੀ ਗੱਲ ਹੋਈ, ਗੁਰੂ ਦੀ ਮਹੱਤਤਾ ਦੀ ਗੱਲ ਹੋਈ, ਗੁਰੂ ਕੋਲੋਂ ਅਸਲੀ ਜੀਵਨ ਜਾਂਚ ਸਮਝਣ ਦੀ ਗੱਲ ਹੋਈ। ਜੇਕਰ ਅਸੀਂ
ਇੱਕ ਸਿੱਖਿਆ ਲੈ ਲਈਏ ਕਿ ਜਗਤ ਦੇ ਵਿੱਚ ਜੋ ਵੀ ਵਾਪਰਦਾ ਹੈ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਵਾਪਰਦਾ ਹੈ, ਤਾਂ ਅਸੀਂ ਆਪਣਾ ਜੀਵਨ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਬਤੀਤ ਕਰਨ ਜੋਗੇ ਹੋ ਜਾਵਾਂਗੇ। ਅਸੀਂ ਸਾਡੇ ਜੀਵਨ ਦੇ ਵਿੱਚ ਘਟਣ ਵਾਲੀਆਂ ਛੋਟੀਆਂ ਵੱਡੀਆਂ ਘਟਨਾਵਾਂ ਤੋਂ ਫਿਰ ਥਿੜਕਾਂਗੇ ਨਹੀਂ, ਅਸੀਂ ਆਪਣੇ ਜੀਵਨ ਦੇ ਵਿੱਚ ਸਥਿਰਤਾ ਹਾਸਲ ਕਰ ਲਵਾਂਗੇ। ਆਓ ਕੋਸ਼ਿਸ਼ ਕਰੀਏ ਇਹਨਾਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਪੱਕਿਆਂ ਕਰਨ ਦੀ, ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲੈਣ ਦੀ, ਗੁਰੂ ਦੇ ਸਨਮੁਖ ਰਹਿ ਕੇ ਉਸ ਪ੍ਰਭੂ ਦੇ ਗੁਣਾਂ ਨੂੰ, ਉਹਦੀ ਵਡਮੁੱਲਤਾ ਨੂੰ ਚੇਤੇ ਦੇ ਵਿੱਚ ਰੱਖ ਕੇ ਉਸ ਪ੍ਰਭੂ ਦੀ ਭਗਤੀ ਕਰੀਏ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।